ਵਾਹਿਗੁਰੂ ਜੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸੰ ਦਾਸ ਕਹੇ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਨ। ਬੇਸ਼ੁਮਾਰ ਅਥਾ ਅਗੰਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ, ਆਪ ਵਡਭਾਗੇ ਹੋ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਆਪ ਸਰਵਣ ਕਰ ਰਹੇ ਹੋ। ਆਓ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਇਤਿਹਾਸ ਦੀ ਵਿਚਾਰ ਨਾਲ, ਗੁਰੂ ਬਚਨਾਂ ਨਾਲ ਸਾਂਝ ਪਾਈਏ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸਾਕੇ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਦੋ ਚਾਰ ਬੇਨਤੀਆਂ ਸ਼ਹੀਦੀ ਦੇ ਸੰਬੰਧ ਅੰਦਰ ਕਰਕੇ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਾਂ ਜੀਵਨ ਵਰਤਾਂਤ ਸੰਖੇਪ ਰੂਪ ਵਿੱਚ ਉਹਨਾਂ ਦੇ ਵੀ ਦਰਸ਼ਨ ਕਰਨੇ ਹਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਸਾਕਾ ਬਹੁਤ ਦਰਦ ਭਰਿਆ ਸਾਕਾ ਹੈ, ਜਿਹਦਾ ਪ੍ਰਮਾਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਪ੍ਰਮਾਣ ਕਰਦੇ ਹਨ। ਪਿਆਰੇ, ਸਾਕੇ ਦਾ ਅਰਥ, ਜਿੱਥੇ ਸਾਕਾ ਸ਼ਬਦ ਵਰਤਿਆ ਜਾਂਦਾ, ਇਹੋ ਜਿਹਾ ਹਾਦਸਾ ਸੰਸਾਰ 'ਤੇ ਹੋ ਜਾਵੇ ਜਿਹੜਾ ਯੁੱਗਾਂ ਤੱਕ ਸੰਸਾਰ ਨੂੰ ਭੁੱਲ ਨਾ ਸਕੇ, ਉੱਥੇ ਸ਼ਬਦ ਵਰਤਿਆ ਜਾਂਦਾ ਸਾਕਾ। ਜਿਵੇਂ ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਨੇ ਸਾਕਾ। ਬਹੁਤ ਵੱਡਾ ਹਾਦਸਾ ਹੋ ਜੇ, ਉਹਨੂੰ ਉੱਥੇ ਸ਼ਬਦ ਵਰਤਿਆ ਜਾਂਦਾ ਸਾਕਾ। ਇੱਕ ਸ਼ਬਦ ਹੈ ਘੱਲੂਘਾਰਾ। ਇੱਕ ਕੌਮ ਦੂਸਰੀ ਕੌਮ ਦਾ ਨਾਸ ਕਰਨ ਤੇ ਤੁਲ ਜੇ, ਉਹਨੂੰ ਕਹਿੰਦਾ ਘੱਲੂਘਾਰਾ। ਜਿਵੇਂ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, 1984 ਦਾ ਘੱਲੂਘਾਰਾ। ਇਸ ਤਰ੍ਹਾਂ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਸਾਕਾ ਆਪ ਜੀ ਦੇ ਸਮਕਸ਼ ਰੱਖ ਰਹੇ ਤੇ ਗੁਰੂ ਬਚਨਾਂ ਦੀ ਵਿਚਾਰ ਸਾਂਝੀ ਕਰ ਰਹੇ ਆਪ ਜੀ ਦੇ ਨਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਵਰਤਾਂਤ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ। ਸ਼ਹੀਦ ਲਫ਼ਜ਼ ਜਿਹੜਾ ਨਾ ਪਿਆਰਿਓ, ਸ਼ਹੀਦ ਫਾਰਸੀ ਦਾ ਲਫ਼ਜ਼ ਹੈ। ਸ਼ਹੀਦ ਦਾ ਅਰਥ ਹੁੰਦਾ ਗਵਾਹ, ਸੱਚ ਦਾ ਗਵਾਹ, ਤੇ ਸ਼ਹਾਦਤ ਦਾ ਅਰਥ ਹੁੰਦਾ ਗਵਾਹੀ। ਜੇ ਸ਼ਹੀਦੀ ਦੇ ਅਰਥ ਵੇਖਣੇ ਹੋਣ, ਸ਼ਹੀਦ ਦੇ ਅਰਥ ਵੇਖਣੇ ਹੋਣ ਤੇ ਭਾਈ ਗੁਰਦਾਸ ਜੀ ਪੜ੍ਹਨਾ ਜ਼ਰੂਰੀ ਹੈ। ਉਹਨਾਂ ਸ਼ਹੀਦ ਦੇ ਅਰਥ ਕੀਤੇ ਹਨ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸ਼ਹੀਦ ਕੋ ਚਾਰ ਗੱਲਾਂ ਚਾਹੀਦੀਆਂ ਨੇ। ਦੋ ਉਹ ਜਿਹੜੀਆਂ ਨਿੱਜ ਦੇ ਵਿੱਚ ਰੱਖੇ, ਤੇ ਦੋ ਉਹ ਨੇ ਜਿਨ੍ਹਾਂ ਦਾ ਤਿਆਗ ਕਰੇ। ਚਾਰ ਸ਼ਬਦ ਭਾਈ ਸਾਹਿਬ ਨੇ ਵਰਤੇ ਨੇ ਤੇ ਚੌਂ ਦੇ ਵਿਚਾਲੇ ਸ਼ਹੀਦ ਸ਼ਬਦ ਹੈ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸਬਰ ਤੇ ਸਿਦਕ ਸ਼ਹੀਦ ਨੂੰ ਰੱਖਣਾ ਜ਼ਰੂਰੀ ਹੈ। ਸਬਰ ਤੇ ਸਿਦਕ। ਸਬਰ, ਖਾਣ ਪੀਣ ਦਾ ਸਬਰ ਤੇ ਸਾਰੇ ਕਰ ਲੈਂਦੇ ਨੇ,
कोई प्रॉपर्टी का सबर कर लेंदा, कोई बच्चों का सबर कर लेंदा, कोई धन दौलत का सबर कर लेंदा, कोई पदार्थों का सबर कर लेंदा। जिंदगी तो सबर करना, जिहड़ा जिंदगी का सबर कर लवे, बड़ी वड्डी महान है कठिन तपस्या है। जिंदगी तो सबर करना, जीविया लोड़े सब कोई। दूसरा है शब्द साबर सिदक। सिदक जिहड़ी गल अपने रसना तो कह दे वो पूरी कर देनी है। सिर जावे ते जावे, मेरा सिखी सिदक ना जावे। साबर सिदक शहीद, भरम पाओ खोमना। भरम ते पाओ ये शहीद विच नहीं होना चाहिए, वो शहीद का जाम पी सकता। साबर सिदक शहीद, भरम पाओ खोमना। भरम के अर्थ वेखने होण ते बाहर जाण की लोड़ नहीं। साहिब श्री गुरु ग्रंथ साहब महाराज जी की पावन बाणी विचों विचार माधव क्या कहिए भरम ऐसा, जैसा मन ही होए ना तैसा। सतगुरु रविदास महाराज श्री गुरु ग्रंथ साहब महाराज की पावन बाणी विच सानू उपदेश करते हैं। माधव क्या कहिए भरम ऐसा। भरम की चीज़ है। बनाया सी दोस्त ते निकलिया दुश्मन। भरम सी, रस्सी पई सी, रात के हनेरे विच सप नज़र आ रहा, दिने उठ के वेखिया ते रस्सी सी। भरम जिहड़ा कुछ वेखना वो ना होना, कुछ होर निकलना, उन्होंने कहते ने भरम। शहीद विच भरम नहीं होता। साबर सिदक शहीद, भरम पाओ खोवना। ना भरम ते ना पाओ। पाओ दे दो शब्दों में पाओ गुरु ग्रंथ साहिब विच वरत्या गया है। एक भब्बा मुक्ता ऊड़े नूं अंकड़, इहदा अर्थ है पाओ। पाओ दा अर्थ हुंदा डर। एक हुंदा भब्बे नूं कन्ना ते ऊड़े नूं अंकड़, उहदा अर्थ हुंदा प्यार। यह है भरम पाओ खोवना। शहीद विच ये ना भरम हुंदा ते ना पाओ हुंदा, किसी का डर नहीं, वो शहीदी का जाम पी सकता। शहीद एक इन्ना प्यारा शब्द है। साडे हिंदुस्तान विच तमाम ग्रंथ ने, 18 प्राण ने, 6 शास्त्र ने, 27 सिमरतियां ने, 4 वेद ने, 4 कतेब ने। इस तो उपरंत होर महान ग्रंथ ने, महात्मा बुद्ध दा अमृत ग्रंथ, होर भागवत गीता, ज्ञान का सागर, रामायण। तुहानूं किसी ग्रंथ विच शहीद का शहीद शब्द नहीं मिलेगा। जे मिलेगा तो जां फिर कुरान मजीद विच मिलेगा, जां फिर सिख धर्म विच मिलेगा। सिख धर्म विच 2 तरह के शहीद मन्ने गए हैं। वीर रसी शहीद, शांतमय रसी शहीद। साडे इतिहास विच वीर रसी शहीद ने बाबा अजीत सिंह जी महाराज। वीर रसी शहीद ने बाबा जोरावर सिंह जी महाराज। ते शांतमय रसी शहीद ने सतगुरु गुरु अर्जन देव साहब महाराज, गुरु तेग बहादुर साहब महाराज, भाई तारू सिंह साहब, बाबा मनी सिंह जी, भाई दयाला जी ते भाई सतीदास जी। इन्हें शांतमय रसी शहीद। इस्लाम धर्म विच 4-5 शहीद मने जाते हैं। शहीद करबला, शहीद आजम, शहीद वतन। जिहड़ा देश कौम तो अपनी जिंदगी कुर्बान कर दे उन्होंने कहते हैं शहीद आजम। ते मुहम्मद साहब जी के छोटे छोटे बच्चे करबला के मैदान में शहीद होए ने, उन्होंने दे नाल वो तुलना देंदे ने। शहीद करबला, शहीद वतन। एक वो
ਸ਼ਹੀਦ ਮੰਨਦੇ ਨੇ, ਜਿਹੜਾ ਕਿਸੇ ਦੇ ਪਿਆਰ ਦੀ ਖਾਤਰ ਸ਼ਹੀਦ ਹੋ ਜਾਏ ਉਹਨੂੰ ਕਹਿੰਦੇ ਨੇ ਸ਼ਹੀਦੇ ਮੁਹੱਬਤ। ਇਹ ਸੀ ਸ਼ਹੀਦ ਦੀ ਵਿਚਾਰ, ਜਿਹੜਾ ਦੇਸ਼ ਕੌਮ ਤੋਂ, ਮਜ਼ਲੂਮਾਂ ਤੋਂ ਜ਼ਿੰਦਗੀ ਕੁਰਬਾਨ ਕਰਦੇ, ਜ਼ਿੰਦਗੀ ਦੀ ਪਰਵਾਹ ਨਾ ਕਰੇ, ਉਹਨੂੰ ਇਤਿਹਾਸ ਵਿੱਚ ਸ਼ਹੀਦੀ ਦਾ ਰੁਤਬਾ ਦਿੱਤਾ ਜਾਂਦਾ ਹੈ। ਆਓ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਇਤਿਹਾਸ, ਉਹਨਾਂ ਦਾ ਜ਼ਿੰਦਗੀ ਵਿਲਾਸ ਕੁਝ ਸਮੇਂ ਵਾਸਤੇ ਆਪਾਂ ਵਿਚਾਰਾਂ ਸਾਂਝ ਪਾਉਣੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਵਤਾਰ 1621 ਧਰਤੀ, ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ, ਮਾਤਾ ਸਤਿਕਾਰਯੋਗ ਮਾਤਾ ਨਾਨਕੀ ਜੀ, ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ। ਉਸ ਧਰਤੀ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ, ਮਾਤਾ ਪਿਤਾ ਜੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਵਾਕ ਹੈ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਨ ਨਾਮ ਅਰਾਧਿਆ, ਆਪ ਡਿਠਾ ਤਿਨਾ ਲੈ ਛਡਾਏ, ਹਰ ਸਤਿਗੁਰ ਮਿਲੋ ਦਇਆ ਕਰ, ਜਨ ਨਾਨਕ ਧੋਵੇ ਪਾਏ। ਇੱਥੇ ਹੀ ਬਸ ਨਹੀਂ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਅਵਤਾਰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਕੇ ਮਹਿਲ 1621 ਨੂੰ ਜਦੋਂ ਹੋਇਆ, ਮੇਵੜੇ ਨੇ ਜਾ ਕੇ, ਸੇਵਕ ਨੇ ਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਪਾਤਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਹੇ ਹਨ। ਸੇਵਾਦਾਰ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਪਰਿਪੂਰਨ ਪਰਮਾਤਮਾ ਨੇ ਕਿਰਪਾ ਕੀਤੀ, ਆਪ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਮਾਪਤੀ ਤੋਂ ਬਾਅਦ ਘਰ ਆਏ, ਬਾਬਾ ਬਿਧੀ ਚੰਦ ਸਾਹਿਬ ਨਾਲ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲ ਨੇ, ਬਾਬਾ ਬੁੱਢਾ ਸਾਹਿਬ ਜੀ ਸਤਿਕਾਰਯੋਗ ਨਾਲ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਚੁੱਕਿਆ, ਪਿਆਰ ਕੀਤਾ ਤੇ ਸੀਸ ਨਵਾਇਆ। ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅੱਗੇ ਵੀ ਆਪ ਜੀ ਦੇ 4 ਸਾਹਿਬਜ਼ਾਦੇ ਨੇ, ਤੇ ਇਸ ਪੁੱਤਰ ਨੂੰ ਨਮਸਕਾਰ ਕਿਉਂ ਕੀਤੀ, ਸੀਸ ਕਿਉਂ ਨਵਾਇਆ? ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਿਧੀ ਚੰਦ, ਇਹਨਾਂ ਨੇ ਵੱਡਿਆਂ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੇ ਵਾਰਸ ਬਣਨਾ, ਇਹਨਾਂ ਨੇ ਗੁਰੂ ਪਿਤਾ ਬਣਨਾ, ਇਹਨਾਂ ਨੇ ਸ਼ਹੀਦਾਂ ਦੇ ਦਾਦਾ ਜੀ ਖੋਣਾ, ਸੰਸਾਰ ਤੇ ਇਹਨਾਂ ਨੇ ਉਹ ਮਹਾਨ ਕੰਮ ਕਰ ਜਾਣਾ, ਉਹ ਮਹਾਨ ਕਾਰਜ ਕਰ ਜਾਣਾ ਜਿਹੜਾ ਅਜੇ ਤੱਕ ਨਾ ਕਿਸੇ ਨੇ ਕੀਤਾ ਤੇ ਨਾ ਕਿਸੇ ਕੋ ਹੋ ਸਕਿਆ। ਇਹ ਮਹਾਨ ਨੇ, ਇਸ ਕਰਕੇ ਇਹਨਾਂ ਨੂੰ ਨਮਸਕਾਰ ਕੀਤੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਮਾਂ ਆਪਣੀ ਚਾਲ ਚੱਲਦਾ ਗਿਆ, ਸਰੀਰ ਵਿਕਾਸ ਕਰਦਾ ਗਿਆ। ਛੋਟੀ ਉਮਰ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਐਸੇ ਹੈਰਾਨ ਕਰਨ ਵਾਲੇ ਚਮਤਕਾਰ ਨੇ ਜੋ ਆਪ ਸੰਗਤਾਂ ਹੈਰਾਨ ਕਰ ਦੇਣ ਵਾਲੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਜੇ ਛੋਟੀ ਉਮਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਦੇ ਵਿੱਚ ਸ਼ਾਮਲ ਹੋਏ ਤੇ ਆਮ ਹੀ ਆਪਣੇ ਵੇਖਣ ਵਿੱਚ ਆਉਂਦਾ ਕਿ ਜੋ ਬਰਾਤ ਚੜ੍ਹਦੀ ਹੈ, ਜਦੋਂ ਬਰਾਤ ਤਿਆਰ ਹੁੰਦੀ ਲੋਕ ਵੇਖਣ ਵਾਸਤੇ ਆਉਂਦੇ ਨੇ। ਇੱਕ ਗਰੀਬ ਬੱਚਾ ਬਰਾਤ ਵੇਖਣ ਵਾਲਿਆਂ ਦੇ ਵਿੱਚ ਖੜਾ ਹੋਇਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਪਨ ਤੋਂ ਇੰਨੇ ਦਾਨੀ ਨੇ, ਆਪਣੀ ਸੁੰਦਰ ਪੁਸ਼ਾਕ ਲਾ ਕੇ
उस बच्चे के गल विच पा दिंदे ने। मात नानक जी कहण लगे मेरे लाल पेशाब कित्थे, किनू ला के दे आए? कहण लगे माँ तुसीं ते मैनू होर पेशाब लै दोगे ते मैं उहदा नगेज नहीं सी वेख सकदा गरीब बच्चे का। समा अपनी चाले चलदा गया। साहिब श्री गुरु तेग बहादुर महाराज जी की आरबला 13 साल की, इतिहासकार 13 साल की उम्र दसदे ने। ते बाबा गुरदित्ता जी की बरात विच सतगुरु नानक पातशाह महाराज जी ने भाई लाल चंद जी नूं ते माता बिशन कौर जी ने शामिल होने वास्ते हुक्म किया। माता गुजरी जी के माता पिता करतारपुर रहिंदे सन। पिछों ते लखनौर दे ने, अंबाले लागे जिहड़ा लखनौर है। करतारपुर रैसी इन्हां दी। सतगुरु हरगोबिंद पातशाह महाराज ने बाबा गुरदित्ता जी की बरात में शामिल होने वास्ते हुक्म किया। तो ये सुभाविक ही गल है कि जिहदी लड़की घर विच होवे उहनूं किसी दी लड़के की भाल होंदी कि साडी लड़की किसी चंगे घर चली जाए, जिंदगी सौखी बतीत हो जाओ। तो जिहदा किसी का लड़का होवे उहनूं लड़की की भाल होंदी भी कोई चंगी लड़की आ जाए, चंगे संस्कारां वाली, तो जीवन सौखा बतीत हो जाओ। माता बिशन कौर जी मात गुजरी जी दे सत्कारयोग माता जी, उन्होंने अपने पति नाल सलाह की। भाई लाल चंद जी दे नाल कहंदे पति जी कितना चंगा होएगा जे गुरु हरगोबिंद पातशाह महाराज साडी बेटी का रिश्ता मंजूर कर लैण अपने साहिबजादे नाल। भाई लाल चंद जी कहण लगे मैं गुरु साहब नूं बेनती करके वेखांगा जे वो मन गए। थे गुरु हरगोबिंद पातशाह के चरणों में बेनती की। भाई लाल चंद जी ने कहण लगे महाराज साडे मन की रीझ, साडे मन की खुशी है कि आप जी के साहिबजादे नूं रिश्ता प्रवान कर लो। सतगुरु हरगोबिंद पातशाह महाराज ने रिश्ते की हाँ कर दी। विआह हो गया। छोटी उम्र के उदों शादियां हो जांदियां सी। 13 साल की आरबला साहिब श्री गुरु तेग बहादुर महाराज जी की जदों साहिब श्री गुरु हरगोबिंद पातशाह महाराज जी ने करतारपुर साहिब की चौथी जंग लड़ी। एक करतारपुर साहिब वो है जो जलंधर के बिल्कुल नज़दीक, एक करतारपुर साहिब वो है जिहड़ा साहिब श्री गुरु नानक पातशाह महाराज जी ने नगर वसाया सी, वो है लाहौर रावी दरिया के किनारे थे। ये वो करतारपुर है जलंधर के नज़दीक जिहड़ा गुरु अर्जन देव सच्चे पातशाह महाराज जी ने वसाया। चौथी जंग गुरु हरगोबिंद पातशाह महाराज ने उस्मान खां ते पैंदे खां दे नाल इत्थे कीती। उस जंग दे विच साहिब श्री गुरु तेग बहादुर महाराज 13 साल की उम्र दे विच योधिया वर्गों बहादुर वांगू वीरता विखाई ते दुश्मन का टाकरा किया। जंग जीती गई। साहिब श्री गुरु हरगोबिंद पातशाह महाराज मेरी पीरी सच्ची सरकार ने खुश होके ते नाम रखिया पुत्र पहला तेनों तेग त्यागमल कहते सन। तू तो बड़ी बहादुरी विखाली जंग में, तू तो बड़ी वीरता विखाली, अज तो तेरा नाम तेग बहादुर कह के पुकारा जाएगा। उधर तो साहिबां का नाम तेग बहादुर पुकारा गया। तेग बहादुर करके मशहूर हो गया। साहिब श्री गुरु हरगोबिंद पातशाह महाराज जी के संतान 5 पुत्र ने ते 6वीं उन्होंने एक लड़की बीबी वीरो। पहले स्थान ते बाबा गुरदित्ता जी, दूसरे स्थान ते बाबा सूरजमल, बाबा टल, बाबा अणी राय ते 5वें स्थान ते साहिब श्री गुरु तेग बहादुर महाराज एक उन्होंने बच्ची। साहिब श्री गुरु हरगोबिंद पातशाह महाराज जी ने जदों 1635 में यह जंग लड़िया, साहिब श्री गुरु तेग बहादुर महाराज उस जंग के बहादुरी विखाली, वीरता विखाली, तेग बहादुर का लकब दिता साहिब श्री गुरु हरगोबिंद पातशाह महाराज ने। सतगुरु चे पातशाह गुरु हरगोबिंद पातशाह महाराज 1635 की यह जंग लड़के फिर करतारपुर साहिब नहीं रहे। साहिब श्री गुरु हरगोबिंद पातशाह महाराज आनंदपुर साहिब के बिल्कुल नज़दीक श्री कीरतपुर साहिब जाके अपना डेरा वसाया।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਫਿਰ 9 ਸਾਲ ਉੱਥੇ ਰਹੇ। 1635 ਵਿੱਚ ਕੀਰਤਪੁਰ ਸਾਹਿਬ ਗਏ ਨੇ ਤੇ 1644 ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਪਣਾ ਸਮਾਂ ਨਜ਼ਦੀਕ ਸਮਝ ਕੇ ਵੀ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ, ਆਪਣੇ ਵੱਡੇ ਪੁੱਤਰ ਦੇ ਛੋਟੇ ਪੁੱਤਰ ਨੂੰ ਸ਼੍ਰੀ ਹਰਿ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤ ਦੇ ਵਾਰਸ ਬਣਾਉਣ ਦਾ ਮਨ ਬਣਾਇਆ। ਉਹ ਦਿਨ ਆ ਗਿਆ ਜਿੱਦਣ ਸਾਹਿਬ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਮਾਤਾ ਨਾਨਕੀ ਜੀ ਨੂੰ ਇੱਕ ਕਟਾਰ ਦਿੱਤੀ। ਕਹਿਣ ਲੱਗੇ, ਨਾਨਕੀ ਤੁਹਾਡੇ ਘਰ ਬਹੁਤ ਮਹਾਂਬਲੀ ਪੋਤਰਾ ਹੋਵੇਗਾ, ਆਪ ਕਟਾਰ ਆਪਣੇ ਪੋਤਰੇ ਨੂੰ ਦੇਵੀ। ਇੱਕ ਪੋਥੀ ਦਿੱਤੀ, ਗੁਰਬਾਣੀ ਦੀ ਪੋਥੀ। ਕਹਿਣ ਲੱਗੇ ਇਹ ਆਪਣੀ ਨੂੰਹ ਦੇ ਮਾਤ ਗੁਜਰੀ ਜੀ ਨੂੰ ਦਿੱਤੀ ਗਈ। ਇਹ ਕਰਬਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ। ਕਹਿਣ ਲੱਗੇ ਆ ਆਪਣੇ ਪੁੱਤਰ ਤੇਗ ਬਹਾਦਰ ਨੂੰ ਦੇਵੀ। ਸਤਿਗੁਰੂ ਸੱਚੇ ਪਾਤਸ਼ਾਹ ਇਹ ਬਖਸ਼ਾਂ ਦੇ ਕੇ ਮਾਤਾ ਨਾਨਕੀ ਜੀ ਨੂੰ, ਤੇ ਮਾਤਾ ਨਾਨਕੀ ਜੀ ਨੇ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਗੁਰਗੱਦੀ ਤੇ ਬਖਸ਼ੀ ਗਈ ਸ਼੍ਰੀ ਹਰਿ ਸਾਹਿਬ ਜੀ ਨੂੰ, ਹੁਣ ਸਾਡੇ ਵਾਸਤੇ ਕੀ ਹੁਕਮ ਹੈ? ਮੇਰਾ ਪੁੱਤਰ ਤੇਗ ਬਹਾਦਰ ਨਾ ਤੇ ਸੰਗਤ ਵਿੱਚ ਜ਼ਿਆਦਾ ਵਿਚਰਦਾ ਹੈ, ਨਾ ਇਹ ਜ਼ਿਆਦਾ ਬੋਲਦੇ ਨੇ, ਇਹ ਖਾਮੋਸ਼ ਰਹਿੰਦੇ ਨੇ, ਇਹਨਾਂ ਦਾ ਕੀ ਬਣੇਗਾ? ਇਹਨਾਂ ਵਾਸਤੇ ਕੀ ਹੁਕਮ? ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਸੀਂ ਹੁਣ ਬਕਾਲੇ ਦੀ ਧਰਤੀ ਤੇ ਚਲੇ ਜਾਓ, ਇੱਥੇ ਨਾ ਰਿਓ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ 1644 ਵਿੱਚ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਨਕਾ ਪਿੰਡ ਵੀ ਹੈ, ਨਾਨਕਾ ਘਰ ਵੀ ਹੈ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਹੋਣ ਕਰਕੇ ਨਗਰ ਦੇ ਲੋਕ ਬਹੁਤ ਸਤਿਕਾਰ ਕਰਦੇ ਨੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਪੁੱਤਰ ਹੋਣ ਕਰਕੇ ਸੰਗਤਾਂ ਬਹੁਤ ਪਿਆਰ ਕਰਦੀਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਹੁਤ ਮਹਾਨ ਤਪੱਸਿਆ ਕੀਤੀ, ਆਪ ਇਤਿਹਾਸ ਤੋਂ ਜਾਣੂ। ਪਰ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮਾਤਾ ਗੁਜਰੀ ਦੀ ਤਪੱਸਿਆ ਵੀ ਬਹੁਤ, ਮਾਤਾ ਗੁਜਰੀ ਜੀ ਦੀ ਬੰਦਗੀ ਵੀ ਬਹੁਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪੜ੍ਹੋਗੇ ਨਾ, ਮੁਰਪਿਤ ਪੂਰਬ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਇਹ ਸ਼ਬਦ ਵੀ ਤੁਹਾਨੂੰ ਪੰਕਤੀਆਂ ਮਿਲਣਗੀਆਂ। ਮੁਰਪਿਤ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਇਓ ਪ੍ਰਸੰਨ ਗੁਰਦੇਵਾ। ਮੇਰੀ ਮਾਤਾ ਜੀ, ਮੇਰੇ ਪਿਤਾ ਜੀ ਨੇ ਬਹੁਤ ਮਹਾਨ ਤਪੱਸਿਆ ਕੀਤੀ। ਤਾਤ ਦਾ ਅਰਥ ਵਿਸ਼ੇਸ਼ਣ ਦੇ ਹਿਸਾਬ ਨਾਲ ਪਿਆਰੇ ਹੁੰਦਾ, ਪਰ ਕਰਨ ਦੇ ਹਿਸਾਬ ਨਾਲ ਦਾ, ਵਿਆਕਰਨ ਦੇ ਹਿਸਾਬ ਨਾਲ। ਕਿਤੇ ਤਾਤ ਦਾ ਅਰਥ ਹੈ ਜਿਨ ਜੇਵਾ ਦਿੱਤੀ ਬੋਲੇ ਤਾਤ, ਉੱਥੇ ਅਰਥ ਤਾਤ ਦਾ ਹੋਰ ਹੋਵੇਗਾ। ਤੇ ਜਿੱਥੇ ਸ਼ਬਦ ਆਵੇਗਾ ਬਿਸਰ ਗਈ ਸਭ ਤਾਤ ਪਰਾਈ, ਉੱਥੇ ਤਾਤ ਦਾ ਅਰਥ ਹੋਵੇਗਾ ਈਰਖਾ, ਸਾੜਾ। ਇੱਥੇ ਤਾਤ ਦਾ ਅਰਥ ਹੈ ਪਿਤਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਹੋਰ ਤਾਤ ਲਫ਼ਜ਼ ਸ਼ਬਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਵਿੱਚ ਹੀ ਵਰਤਿਆ। ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਪਿਤਾ ਵਾਸਤੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਹਾਨ ਤਪੱਸਿਆ ਕੀਤੀ। ਇਸੇ ਸਮੇਂ ਦੇ ਦੌਰਾਨ ਗੁਰੂ ਘਰ ਦੇ ਪ੍ਰੇਮੀ ਭਾਈ ਮੱਖਣ ਸ਼ਾਹ ਜੀ ਦਾ ਜਹਾਜ਼ ਸੂਰਤ ਦੀ ਬੰਦਰਗਾਹ ਤੇ ਫਸ ਗਿਆ। ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ ਭਾਈ ਮੱਖਣ ਸ਼ਾਹ ਜੀ ਨੇ। ਕਹਿਣ ਲੱਗੇ, ਹੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਜੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਮੇਰਾ ਗਰੀਬ ਦਾ ਬੇੜਾ ਬੰਨੇ ਲਾ ਦਿਓ, ਤੇ ਮੈਂ ਕਮਾਈ ਦੇ ਵਿੱਚੋਂ ਦਸਵੰਧ ਦੀ ਸੇਵਾ ਜਿਹੜੀ ਹੈ
ਉਹ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰਾਂਗਾ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਿੱਖ ਦਾ ਬੇੜਾ ਬਣੇ ਲੱਗਾ। ਵਿਸ਼ਵਾਸ ਕਰਕੇ ਕੋਈ ਵੀ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੇ, ਸਭਨਾਂ ਦੀ ਆਸ ਪ੍ਰਵਾਨ ਹੋ ਸਕਦੀ। ਲੋੜ ਹੈ ਭਰੋਸੇ ਦੀ, ਲੋੜ ਹੈ ਵਿਸ਼ਵਾਸ ਦੀ। ਵਿਸ਼ਵਾਸ ਹੀ ਡੋਲਦਾ, ਭਰੋਸਾ ਹੀ ਡੋਲਦਾ, ਹੋਰ ਕੁਝ ਨਹੀਂ ਡੋਲਦਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਜੀਤ ਨਾ ਆਵੇ। ਆਪਣੇ ਸੇਵਕੀ ਆਪੇ ਰਾਖੇ, ਆਪੇ ਨਾਮ ਜਪਾਵੈ। ਜਹਾਂ ਜਹਾਂ ਕਾਜ ਕਿਰਤ ਸੇਵਕੀ, ਤਹਾਂ ਤਾਂ ਉਠਤਾਵੈ। ਸੇਵਕੋ ਨਿਕਟੀ ਹੋਏ ਦਿਖਾਵੇ। ਸੇਵਕ ਭਾਵੇਂ ਖੇਤਾਂ ਦੇ ਵਿੱਚ ਅਰਦਾਸ ਕਰੇ, ਭਾਵੇਂ ਦੁਕਾਨ 'ਤੇ ਬੈਠਾ ਅਰਦਾਸ ਕਰੇ, ਭਾਵੇਂ ਸਫ਼ਰ ਦੇ ਵਿੱਚ ਬੈਠਾ ਅਰਦਾਸ ਕਰੇ, ਗੁਰੂ ਹਰ ਇੱਕ ਜਗ੍ਹਾ ਸਿੱਖ ਦੀ ਅਰਦਾਸ ਸੁਣਦਾ ਅਤੇ ਸਿੱਖ ਦੀਆਂ ਮਨੋਕਾਮਨਾ ਪੂਰਨ ਕਰਦਾ। ਇਹ ਗੁਰੂ ਕਾ ਪਿਆਰਾ ਸਿੱਖ ਭਾਈ ਮੱਖਣ ਸ਼ਾਹ ਜੀ, ਇਹਦੀ ਅਰਦਾਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਹੋਈ, ਬੇੜਾ ਬੰਨੇ ਲੱਗਾ। ਇਹ ਗੁਰੂ ਕਾ ਪਿਆਰਾ ਸਿੱਖ ਦਿੱਲੀ ਆਇਆ ਦਸਵੰਧ ਦੀ ਮਾਇਆ ਚੜ੍ਹਾਉਣ ਵਾਸਤੇ, ਤੇ ਪਤਾ ਲੱਗਾ ਵੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੋਤੀ ਜੋਤ ਸਮਾ ਗਏ ਨੇ। ਪੁੱਛਿਆ ਗੁਰੂ ਸਾਹਿਬ, ਤੇ ਪਤਾ ਦੱਸਣ ਵਾਲੇ ਨੇ ਦੱਸਿਆ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਤੇ ਜੋਤੀ ਜੋਤ ਸਮਾ ਗਏ ਨੇ। ਕਹਿਣ ਲੱਗਾ ਹੁਣ, ਤੇ ਦੱਸਣ ਵਾਲੇ ਨੇ ਇਹ ਦੱਸਿਆ, ਕਹਿਣ ਲੱਗੇ ਉਹਨਾਂ ਨੇ ਹੁਕਮ ਕੀਤਾ ਸੀ, ਬਾਬਾ ਬਕਾਲਾ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਤਦ ਨਿਹਾਲੇ। ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਕਾਲੇ ਦੀ ਧਰਤੀ 'ਤੇ ਹੈ। ਜਦੋਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਕੀਤਾ ਵੀ ਬਾਬਾ ਬਕਾਲਾ, ਤੇ ਇੱਥੇ ਧੀਰ ਮੱਲੀਆਂ ਨੇ ਡੇਰੇ ਲਾ ਲਏ, ਇੱਥੇ ਰਾਮ ਰਾਈਆਂ ਨੇ ਡੇਰੇ ਲਾ ਲਏ, ਇੱਥੇ ਬਾਬਾ ਪਿਰਥੀ ਚੰਦ ਦੀ ਸੰਤਾਨ ਵਿੱਚੋਂ ਬਾਬਾ ਹਰਜੀ ਉਹਨਾਂ ਡੇਰੇ ਲਾ ਲਏ। 22 ਮੰਜੀਆਂ ਡੱਟ ਗਈਆਂ, 22 ਗੁਰੂ ਬਣ ਕੇ ਬਹਿ ਗਏ। ਇਹ ਗੁਰੂ ਦਾ ਪਿਆਰਾ ਸਿੱਖ ਸ਼ਰਧਾ ਵਿੱਚ ਭਿੱਜਿਆ ਹੋਇਆ, ਇਹਨੇ ਦਿੱਲੀ ਤੋਂ ਕੂਚ ਕੀਤਾ ਆਪਣੇ ਪਰਿਵਾਰ ਸਮੇਤ, ਸੰਗਤਾਂ ਸਮੇਤ। ਇਹ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਆਏ। ਭਾਈ ਮੱਖਣ ਸ਼ਾਹ ਸੰਗਤ ਨਾਲ ਸੀ, ਪਿੰਡ ਤੋਂ ਬਾਹਰ ਤੰਬੂ ਲਾ ਲਏ, ਤੇ ਜਦੋਂ ਵੇਖਿਆ ਵੀ ਇੱਥੇ 22 ਗੁਰੂ ਬੈਠੇ ਨੇ, 5-5 ਮੋਹਰਾਂ ਇਤਿਹਾਸ ਦੇ ਪੰਨੇ ਨੇ, 5-5 ਮੋਹਰਾਂ ਭਾਈ ਮੱਖਣ ਸ਼ਾਹ ਜੀ ਨੇ ਰੱਖ ਕੇ ਮੱਥਾ ਟੇਕਿਆ। ਤੇ ਕਿਸੇ ਨੇ ਕੋਈ ਵਰ ਦਿੱਤਾ, ਤੇਰਾ ਕੰਮ ਕਾਰ ਚੱਲਦਾ ਰਹੇ। ਕਿਸੇ ਨੇ ਆਖਿਆ ਤੇਰੇ ਬੱਚੇ ਜੀਂਦੇ ਰਹਿਣ, ਕਿਸੇ ਨੇ ਆਖਿਆ ਤੈਨੂੰ ਰੱਬ ਤੇਰੀ ਵੱਡੀ ਉਮਰ ਕਰੇ, ਕਿਸੇ ਨੇ ਸਰੋਪਾ ਦਿੱਤਾ, ਬੜੇ ਵਰ ਦਿੱਤੇ। ਨਕਲੀ ਗੁਰੂ ਪਿਆਰੋ ਬੜੇ ਵਰ ਦਿੰਦੇ ਨੇ। ਮੱਖਣ ਸ਼ਾਹ ਸਿਆਣਾ ਬੜਾ ਸੀ, ਕਹਿਣ ਲੱਗਾ ਵੀ ਗੁਰੂ ਲਾਲਚੀ ਨਹੀਂ ਹੁੰਦਾ, ਇੱਥੇ ਨਕਲੀ ਗੁਰੂ ਲੱਗਦੇ ਨੇ। ਮੱਥਾ ਤੇ ਟੇਕਿਆ ਸਾਰਿਆਂ ਨੂੰ, ਪਰ ਮਨ ਦੇ ਵਿੱਚ ਚਿੰਤਾ ਪ੍ਰਗਟ ਹੋ ਗਈ। ਕਹਿਣ ਲੱਗੇ ਗੁਰੂ ਨਕਲੀ ਲੱਗਦੇ ਨੇ। ਆਪਣੇ ਤੰਬੂ ਵਿੱਚ ਆ ਗਿਆ। ਇੱਕ ਅਰਦਾਸ ਤੇ ਕੀਤੀ ਸੀ ਸੂਰਤ ਦੀ ਬੰਦਰਗਾਹ ਤੇ ਵੀ ਮੇਰਾ ਬੇੜਾ ਬਣੇ ਲੱਗ ਜੇ। ਸਿੱਖ ਨੇ ਦੂਸਰੀ ਅਰਦਾਸ ਬਾਬਾ ਬਕਾਲਾ ਸਾਹਿਬ ਕੀਤੀ। ਕਹਿਣ ਲੱਗੇ ਹੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਮੇਰੀ ਤੇ ਅੱਖ ਵੇਖਣ ਵਾਲੀ ਨਹੀਂ ਹੈ, ਪਰ ਤੁਸੀਂ ਆਪ ਕਿਰਪਾ ਕਰੋ, ਆਪਣੀ ਦਸਵੰਧ ਦੀ ਮਾਇਆ ਆਪਣੇ ਸੇਵਕ ਕੋਲੋਂ ਲੈ ਲਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾਕਾ ਧੋਪੇ ਸੁਆਮੀ, ਮਾਨਸ ਕੀ ਕਰਦੇ। ਮਹਾਰਾਜ ਮੇਰੀ ਅੱਖ ਵੇਖਣ ਵਾਲੀ ਨਹੀਂ, ਤੇ ਕਿਰਪਾ ਕੀਤੀ ਸੀ ਤੂੰ ਸੱਚੇ ਪਾਤਸ਼ਾਹ, ਗਰੀਬ ਦਾ ਬੇੜਾ ਬੰਨੇ ਲਾਇਆ ਸੀ। ਹੁਣ ਦੂਸਰੀ ਅਰਦਾਸ, ਹੁਣ ਜ਼ਿੰਦਗੀ ਦਾ ਬੇੜਾ ਡੋਲ ਰਿਹਾ, ਇੱਥੇ ਵੀ ਕਿਰਪਾ ਕਰੋ। ਜ਼ਿੰਦਗੀ ਦਾ ਬੇੜਾ ਡਾਵਾਂ ਡੋਲ ਹੋ ਗਿਆ, ਕੁਛ ਸੁੱਝ ਨਹੀਂ ਰਿਹਾ, ਪੂਰੇ ਗੁਰੂ ਦੇ ਦਰਸ਼ਨ ਨਹੀਂ ਹੋ ਰਹੇ। ਅਰਦਾਸ ਕੀਤੀ ਸਿੱਖ ਨੇ, ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਪ੍ਰਵਾਨ ਹੋਈ, ਤੇ ਮਨ ਨੇ ਵਿਚਾਰ ਕੀਤੀ ਵੀ ਨਗਰ ਦੇ ਵਿੱਚੋਂ ਪੁੱਛਾਂ। ਨਗਰ ਦੇ ਗਲੀਆਂ ਮੁਹੱਲਿਆਂ ਵਿੱਚ ਪੁੱਛਿਆ ਲੋਕਾਂ ਦੇ ਕੋਲੋਂ। ਕਹਿਣ ਲੱਗੇ ਕੋਈ ਹੋਰ ਗੁਰੂ ਵੀ ਹੈ? ਤੇ ਦੱਸਣ ਵਾਲੇ ਨੇ ਦੱਸਿਆ। ਕਹਿਣ ਲੱਗੇ ਹਾਂ ਇੱਕ ਹੈ,
गुरु हरगोबिंद पातशाह महाराज जी के छोटे साहिबजादे ने तेग बहादुर, वो पहलों तो ही इत्थे रहिंदे ने, दूसरे तो बाद विच आए। पता दसन ते भाई मक्खन शाह जी सतगुरु तेग बहादुर महाराज जी के घरे जाते हैं। उत्थे कोई मसंद नहीं, उत्थे कोई मशहूरी करने वाला नहीं, छोटा जिहा कमरा है, छोटा जिहा घर है, छोटा जिहा परिवार है। मात नानकी जी, मात गुजरी जी, मात नानकी जी को आग्ञा लई भाई मक्खन शाह जी ने अंदर जाके दर्शन किए साहिबां दे। साहिब चौंकड़ा मार के बैठे ने खामोश, ते भाई मक्खन शाह जी ने 5 मोहरा रख के मत्था टेकिया। इतिहासकारों ने बहुत कुछ लिखिया, पर साहिब श्री गुरु तेग बहादुर महाराज जी ने जो 5 मोहरा रखिया, भाई मक्खन शाह जी ने मत्था टेकिया। साहिब श्री गुरु तेग बहादुर महाराज जी ने थोड़ा जिहा ऊपर ध्यान किया, मक्खन शाह वाले कहन मुस्करा पे कहन लगे, मक्खन शाह ये 5 मोहरा साडियां नहीं है, इन्हां 5 मोहरां ते साडा हक नहीं है। साडा हक है तेरी कमाई के दसवंध विच जो तू अपने घरों संकल्प करके आया सी, बस इशारा किया सतगुरु ने। मक्खन शाह सियाणा बड़ा सी, नमस्कार की एकदम सफाल चरना ते गिरिया, अखां सेजल हो गई, बराग आ गया, बाहर निकल के पल्लू फेरन लगा, अपनी भाषा विच कहन लगा, गुरु लाद हो रहे गुरमुख ढूंढ ढंढेंदियां हर सज्जन लद्दा राम राज, कंचन काया कोट गढ़ विच हर हर सिद्धा, हर हर हीरा रतन है मेरा मन तन विद्या, तुर भाग वड्डे हर पाया नानक रस बुद्धा। साहिब श्री गुरु तेग बहादुर सच्चे पातशाह महाराज जी नूं उच्ची आवाज विच अपनी बोली विच गुरु लाद हो रहे। साहिब श्री गुरु तेग बहादुर महाराज कहन लगे, मक्खन शाह इत्थों के हालात बड़े ठीक नहीं है, इत्थे ईरखावादी ज़्यादा ने, खामोश रहे, चुप कर। मक्खन शाह कहन लगा, महाराज दास की मजबूरी है, मैं चुप करके नहीं रह सकता। देखो कितनियां संगतां व्याकुल होईयां बैठियां ने, सच का गुरु नहीं लभ रहा, कितनियां संगतां परेशान ने, इत्थे बाई गुरु बन के बैठे ने। धन गुरु तेग बहादुर महाराज जी दे कहण ते माफ़ी मंगी, कहन लगा, महाराज मेरी मजबूरी। पल्ला फेरिया, संगतां नूं पता लगा सच्चे गुरु नूं लभ लिया मक्खन शाह ने। धन गुरु तेग बहादुर साहब सच्चे पातशाह महाराज के चरणों में संगतां आईयां, कार भेटा बहुत होई, माया का ढेर लग गया। धीर मल वेख के सड़ बड़ के कूड़ा हो गया, ईरखा विच बड़ा सड़िया। अपने मसंद नूं शीए नूं कहन लगा, धीर मल कहन लगा, एक काम कर, गुरु तेग बहादुर साहब जी नूं खत्म कर दे। जे गुरु तेग बहादुर साहब जी खत्म हो गए फिर नहीं कोई उठदा। शीए मसंद ने गोली चलाई धीर मल के कहण ते गुरु तेग बहादुर के उपर। परिपूर्ण परमात्मा ने कृपा की, जिसका साहब डाढ़ आवे तो उसमें मार ना सके कोई। गोली का वार खाली गया, धनबाद लुट के धीरमल करतारपुर लाया। मक्खन शाह को किसी ने दसिया, अजे मक्खन शाह गया नहीं सी, अजे बाबा बकाला साहब की धरती ते ही आ भाई मक्खन शाह जी। किसी ने जाके दसिया, मक्खन शाह जेड़े गुरु नूं तू पल्ला फेर के उजागर किया है ना, उस गुरु ते गोली चल गई। कहने लगा, किन्ने चलाई? कहने लगे, धीरमल ने चलवाई ते शीए मसंद ने चलाई। ये गुरु का सिख एकदम उठिया, आदमी ये नाल सी, उंज भी अमीर सी, बहुत अमीर सी। तुसीं इन्ना हिसाब लाओ भी जिस समय दे विच अज तो 400-500 साल पहला 10-20 का नोट वेखना बड़ा मुश्किल सी पिंडां विच, ते अपने दसवंध विचों 500 मोहर चढ़ा रहा बंदा, कितना अमीर होएगा गुरु का सिख। ये आदमी ने, ये को असला भी है, इन्हें आके बाबे धीरमल के कन ते गोली रखी। कहन लगे, साडे हुंदियां साडे गुरु का कोई अपमान करे
ਸਾਡੇ ਗੁਰੂ ਦੀ ਕੋਈ ਬੇਅਦਬੀ ਕਰੇ ਤੇ ਸਾਡਾ ਜੀਣਾ ਕੀ ਹੈ। ਮੁਸ਼ਕਾਂ ਵਧੀਆਂ ਇਹਦੀਆਂ, ਬਾਹਾਂ ਵਧੀਆਂ ਧੀਰਮਲ ਦੀਆਂ। ਕਹਿੰਦੇ ਚੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੇਸ਼ ਹੋ। ਸਾਰਾ ਚੜਾਵਾ ਜਿੰਨਾ ਲੁੱਟ ਕੇ ਲਿਆ ਸੀ ਉਹਦੀ ਬੰਨਿਆ ਚੜਾਵਾ, ਬਾਹਾਂ ਵਧੀਆਂ ਦੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੇਸ਼ ਕੀਤਾ। ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਦੋਸ਼ੀ ਨੂੰ ਸਜ਼ਾ ਦਿਓ। ਕਿਰਪਾ ਦੇ ਘਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਿਆਗ ਤੇ ਬਰਾਗ ਦੀ ਮੂਰਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਮੱਖਣ ਸ਼ਾਹ ਇਹਨੂੰ ਬਖਸ਼ ਦੇ। ਮੱਖਣ ਸ਼ਾਹ ਕਹਿਣ ਲੱਗਾ ਮਹਾਰਾਜ ਮੇਰੇ ਗੁਰੂ ਦਾ ਮੇਰੇ ਸਾਹਮਣੇ ਕੋਈ ਇਤਨਾ ਅਪਮਾਨ ਕਰੇ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਸਕਦਾ, ਮੈਂ ਬਖਸ਼ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਮੱਖਣ ਸ਼ਾਹ ਸਾਡਾ ਬਚਨ ਮੰਨ, ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ, ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰ ਆ, ਇੱਥੇ ਲੋਕਾਂ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ। ਤੇ ਮੱਖਣ ਸ਼ਾਹ ਯਾਦ ਰੱਖੀ ਤਾਕਤ ਹੁੰਦੇ ਆਇਆ ਕਿਸੇ ਦੇ ਗੁਨਾਹ ਮਾਫ ਕਰ ਦੇਣੇ, ਇਸ ਤੋਂ ਵੱਡਾ ਪੁੰਨ ਕੋਈ ਨਹੀਂ। ਮੱਖਣ ਸ਼ਾਹ ਤਾਕਤ ਹੁੰਦੇ ਆਇਆ ਕਿਸੇ ਦੇ ਗੁਨਾਹ ਮਾਫ ਕਰ ਦੇਣੇ, ਕਿਸੇ ਨੂੰ ਮਾਫ ਕਰ ਦੇਣਾ, ਇਹਦੇ ਵਰਗੀ ਤਪੱਸਿਆ ਕੋਈ ਨਹੀਂ। ਮੱਖਣ ਸ਼ਾਹ ਇਹਨੂੰ ਛੱਡ ਦੇ। ਮੱਖਣ ਸ਼ਾਹ ਨੇ ਬਰੀ ਕਰ ਦਿੱਤਾ ਸਾਹਿਬਾਂ ਦੇ ਹੁਕਮ ਉੱਤੇ, ਸਾਹਿਬਾਂ ਦੇ ਕਹਿਣ ਤੇ ਮੱਖਣ ਸ਼ਾਹ ਨੇ ਛੱਡ ਦਿੱਤਾ ਧੀਰਮਲ ਨੂੰ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਆ ਮਾਇਆ ਵੀ ਇਹਨੂੰ ਦੇ ਦਿਓ ਜਿਹੜੀ ਇਹਨੇ ਲੁੱਟ ਕੇ ਖੜੀ ਸੀ। ਤੇ ਮਾਤ ਨਾਨਕੀ ਜੀ ਕਹਿਣ ਲੱਗੇ ਪੁੱਤਰੇ ਤੇ ਗੁਰੂ ਘਰ ਦੀ ਮਾਇਆ ਹੈ, ਇਹ ਤੇ ਗੁਰੂ ਘਰ ਵਾਸਤੇ ਚੜਾਵਾ ਚੜਿਆ ਸੀ, ਇਹ ਤੇ ਲੈ ਲਓ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਭਾਵ ਤੇ ਛੁਟਿਓ ਕਰ ਬੈਠਿਓ ਬਸਰਾਮ। ਮਾਇਆ ਮਮਤਾ ਤਨ ਤੇ ਤਿਆਗੀ ਉਪਜਿਓ ਨਿਰਮਲ ਗਿਆਨ। ਮਾਂ ਮੈਨੂੰ ਇਹੋ ਜਿਹਾ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ, ਹੁਣ ਮੈਨੂੰ ਇਸ ਧਨ ਦੀ ਕੋਈ ਜ਼ਰੂਰਤ ਨਹੀਂ। ਸੰਗਤਾਂ ਦੇ ਵਿੱਚ ਉਜਾਗਰ ਹੋ ਗਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਵੀ ਜਾਂਦੇ ਨੇ। ਤੇ ਉਸ ਸਮੇਂ ਉਸ ਟਾਈਮ ਤੇ ਬਾਬਾ ਪਿਰਥੀ ਚੰਦ ਦੀ ਸੰਤਾਨ ਬਾਬਾ ਹਰਜੀ ਦਾ ਪ੍ਰਬੰਧ ਸੀ ਹਰਿਮੰਦਰ ਸਾਹਿਬ ਤੇ ਬਾਬੇ ਹਰਜੀ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਤੇ ਵੀ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਗਏ ਨੇ, ਸ਼ਾਇਦ ਇੱਥੇ ਕਦੇ ਬੈਠ ਕੇ ਇੱਥੇ ਆਸਣ ਲਾ ਲਿਆ ਪੱਕਾ ਤੇ ਸਾਨੂੰ ਘਾਟਾ ਪੈ ਜਾਣਾ, ਸਾਡਾ ਕੀ ਬਣੀ। ਦਰਵਾਜ਼ੇ ਬੰਦ ਕਰ ਲਏ। ਪਰ ਤਿਆਗ ਤੇ ਬਰਾਗ ਦੀ ਮੂਰਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਤੁਸੀਂ ਥੜਾ ਸਾਹਿਬ ਦੇਖਦੇ ਹੋ ਨਾ, ਅਕਾਲ ਤਖਤ ਦੇ ਨਜ਼ਦੀਕ ਸਤਿਗੁਰੂ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਉੱਥੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕੀਤਾ ਤੇ ਚਾਲੇ ਪਾਉਣ ਲੱਗੇ। ਲਾਗੇ ਇੱਕ ਨਗਰ ਹੈ ਵੱਲਾ, ਉੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਵਿੱਚ ਚਰਨ ਪਾਓ। ਸਾਹਿਬਾਂ ਨੇ ਉੱਥੇ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਨਾਲੇ ਵਰ ਦਿੱਤੇ ਮਾਈਆਂ ਰੱਬ ਰਜਾਈਆਂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਵਾਪਸ ਸ੍ਰੀ ਬਾਬਾ ਬਕਾਲਾ ਸਾਹਿਬ ਆ ਗਏ। ਇਸ ਤੋਂ ਬਾਅਦ ਇੱਥੋਂ ਦੇ ਹਾਲਾਤ ਵੇਖ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਚਾਰ ਫੇਰੀ ਤੇ ਜਾਂਦੇ ਨੇ। ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੰਜਾਬ ਤੋਂ ਬਾਹਰ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਸਟੇਟਾਂ ਤੇ ਜਾ ਕੇ ਸਤਿਗੁਰੂ ਜੀ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਦੇਣਾ ਸੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪ੍ਰਚਾਰ ਫੇਰੀ ਤੇ ਜਾਣ ਦਾ ਵਿਚਾਰ ਬਣਾਇਆ ਤੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਤੁਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਕਿਉਂ ਹਾਲਾਤ ਬੜੇ ਐਸੇ ਸੀ, ਗੁਰਗੱਦੀ ਦੇ ਸੰਬੰਧ ਵਿੱਚ ਈਰਖਾ ਕਰਦੀਆਂ ਸੀ ਇਹ ਲੋਕ, ਇਹ ਪਾਰਟੀਆਂ। ਧੀਰਮਲ ਦੀ ਪਾਰਟੀ ਹੋ ਗਈ, ਰਾਮ ਰਾਈਏ ਹੋ ਗਏ, ਬਾਬਾ ਪਿਰਥੀ ਚੰਦ ਦੀ ਸੰਤਾਨ ਹੋ ਗਈ। ਮਾਹੌਲ ਇਸ ਤਰ੍ਹਾਂ ਦਾ ਸੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਸਮੇਤ ਪ੍ਰਚਾਰ ਫੇਰੀ ਨੂੰ ਨਿਕਲੇ। ਤੀਰਥਾਂ ਧਾਮਾਂ ਤੇ ਸੱਚ ਦਾ ਉਪਦੇਸ਼ ਦਿੰਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਪਟਨੇ ਦੀ ਧਰਤੀ ਨੂੰ ਭਾਗ ਲਾਉਂਦੇ ਨੇ, ਜਿੱਥੇ ਕਿਸੇ ਟਾਈਮ ਤੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਏ ਸਨ ਤੇ ਸਾਲਸਰਾਏ ਜਵਾਰੀ ਨੂੰ ਦਰਸ਼ਨ ਦਿੱਤੇ ਸਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ।
सालसराय जवारी ने चरणों ते नमस्कार करके ते एक दात मंगी सी, एक मंग मंगी सी। ये धन गुरु नानक पातशाह महाराज दासरियां ते कृपा करो, साडे घर दे विच आप चरण पाओ ते कुछ समा इत्थे रुको। ते साहब श्री गुरु नानक पातशाह महाराज जी ने बचन किया सी, सालसराय आवांगे जरूर, तेरे घर दे विच कई साल रह के जावांगे। कहने लगे महाराज वो समा कदों आवेगा? धन गुरु नानक पातशाह कहने लगे तू शरीर करके नहीं वेख सकेगा, तेरी संतान वेखेगी, कई साल तेरे घर रह के जावांगे। वो सालसराय जवारी का घर, वो सालसराय जवारी की कोठी बंगला जिथे साहब श्री गुरु तेग बहादुर साहब महाराज ने अपना परिवार को टकाया। तो भाई मतीदास साहब जी, भाई दयाला जी, मामा कृपाल चंद जी, इन्होंने गुरसिखां की निगरानी हेठ परिवार को टका के आप प्रचार फेरी ते जाते हैं। अशाम की धरती, बंगाल देश ढाका, बंगाल की ढाके बंगाली धरती से उपदेश करने वास्ते जाते हैं। पिछों खबर पहुँचती धन गुरु गोबिंद सिंह सच्चे पातशाह महाराज जी का पावन आगमन होता है, खुशियां मनाई जांदियां। कुछ समय बाद साहब श्री गुरु तेग बहादुर साहब महाराज दोनों प्यो पुत्रां का मेल होता है। गुरु तेग बहादुर साहब महाराज साहिबजादे दर्शन करते हैं ते आप पंजाब नूं आ जाते हैं। आनंदपुर साहब आके बैठ के फिर अपने परिवार को बुलाते हैं। फिर धन गुरु गोबिंद राय, मात गुजरी जी, माता नानकी जी श्री आनंदपुर साहब आते हैं। इन्हां समयां दे दौरान औरंगजेब बहुत हिंदुओं पर अत्याचार करन लग पिया सी। इन्हां समय के दौरान हिंदू लोग बहुत दुखी सन। हिंदुओं पर इन्ना अत्याचार करन लग पिया सी उस समय के दौरान औरंगजेब कि सब तो पहलों इसने ये हुक्म किया कि हिंदू मंदिर जिहड़े पुराने ने उन्होंने रिपेयर ना किया जाए ते नवे ना बनने शुरू हो। नवे बनाने बंद कर दिओ ते पुराने की रिपेयर बंद कर दिओ। जदों ये उहदा हुक्म लागू होया, किसी ने कुछ ना कहा, कोई बोलिया ना, फिर इन्हें दूसरा हुक्म लागू किया कि हिंदू मंदिर ढाए जान। सब तो वड्डा मेन मंदिर चिंतामण मंदिर गुजरात का, वो इन्हें ढा के ढेरी किया, उत्थे मसीत बनाई। दूसरा मथुरा का महान मंदिर केशव मंदिर, वो ढा ढेरी किया, उत्थे इन्हें मसीत बनाई। बनारस का सब तो वड्डा मंदिर गोपीनाथ का मंदिर, वो इन्हें ढाया। अयोध्या में श्री रामचंद्र के नाम से बहुत वड्डा मंदिर सी, वो ढा के ढेरी किया, उत्थे मसीत तो सारी। होर हज़ारां मंदिर कनौज दे विच इन्हें ढाए। हिंदुओं का जीना मुश्किल कर दिता। जदों ये भी इहदा हुक्म किसी ने ना रोकिया तो फिर इन्हें एक होर हुक्म जारी किया, कहने लगा हिंदुओं को मुसलमान बनाया जाए। कश्मीर के रहने वाला, कश्मीर का सूबेदार सी सैफ अली खान, वो फकीरी तबीयत का सी। इन्हें उन्होंने अहदे तो ला के अफगान खान सूबेदार थापिया ते सूबेदार ने हिंदुओं की जान कब्जे में कर दी। बहुत परेशान करता, बहुत तंग करता। कहने लगा तुहाडे सामने दो चीज़ां ने, दो शर्तां ने, जिहड़ा ते इस्लाम नूं कबूल करेगा उन्होंने ते बड़े बड़े अहदे मिलणगे, जगीरां मिलणगियां, ते जिहड़ा इस्लाम नूं नहीं कबूल करेगा उन्होंने मौत के घाट उतारा जाएगा। हिंदू इन्ने परेशान हो गए, कोई बांह फड़न वाला नहीं हिंदुओं की। साहब श्री गुरु तेग बहादुर महाराज आनंदपुर साहब विराजमान ने। इतिहासकार तो बड़ा कुछ लिखते हैं, पर सोहण सिंह सीतल अपनी पुस्तक लिखते हैं, कहने लगे गुरु तेग बहादुर साहब महाराज को शहीद कराने विच बाबा धीरमल जी का बड़ा हथ सी, राम राइयां का बड़ा हथ सी, बाबा बिरथी चंद की संतान का बड़ा हथ सी। क्यों ये ईरखा करते सन भी गद्दी सानू मिलनी चाहिए सी। इन्होंने कल्पे हुए हिंदुओं
जाके हौसला दिता, कहने लगे तुसी इन्ने जो परेशान हो, इन्ने जो दुखी हो रहे हो, तुहाडी कोई फरियाद सुनने वाला है नहीं। तो गुरु नानक पातशाह की गुरगद्दी के वारस ने गुरु तेग बहादुर साहब महाराज, चंगा होवे तुसी गुरु तेग बहादुर साहब महाराज के चरणों में बेनती करो, वो तुहाडी ये बांह फड़नगे, तुहाडे दुखड़े निवृत्त करनगे, वो तुहाडी हैल्प करनगे, तुहाडी सहायता करनगे। इन्हां नूं बड़ी चंगी लगी गल। तो ये ईरखावादियों की यह विਉਂਤ सी भी जे गुरु तेग बहादुर साहब महाराज इन्हां हिंदुओं की मदद करनगे तो रंगजेब के क्रोध का शिकार बन जाएंगे। जे ये हिंदुओं की मदद ना करनगे तो सानू गल करन दा मौका मिल जाएगा भी गुरु नानक पातशाह का घर सी, इथों निराश होकर मुड़ गए गुरु नानक पातशाह के घर तो। ये गुरु नानक पातशाह की गद्दी के वारस ने, इन्होंने फरियाद नहीं सुनी। दोनों गल्लां करन दा साडा मौका मिल जू, दोनों गल्लां साडियां संपूर्ण हो जाएंगियां, दोनों गल्लां विच असीं पास हो जावांगे। धन गुरु तेग बहादुर साहब वाले घल्लण वास्ते, धन गुरु तेग बहादुर साहब महाराज की दस पाउण वाले ये ईरखावादी लोग भी शामिल सन। धन गुरु तेग बहादुर साहब सच्चे पातशाह महाराज के कोल हिंदुओं ने जाना तो सतगुरु तेग बहादुर महाराज ने हिंदुओं की फरियाद सुन ली। फिर उन्होंने दिल्ली नूं शहादत पाउण वास्ते जाना। ये अगला इतिहास दूसरे भाग में आप जी नाल साझा करांगे। समा समाप्त है। फतेह बुलावा, फतेह दा जवाब फतेह विच दिओ, भुलां चुकां दी माफ़ी। वाहिगुरू जी का खालसा, वाहिगुरू जी की फतेह।